जय हिंद एंड अ वेरी वार्म वेलकम टू पंजाब सक्सेस मंत्रा। ਅੱਜ ਦੇ ਇਸ ਸੈਸ਼ਨ ਵਿੱਚ ਅਸੀਂ ਡਿਸਕਸ ਕਰਾਂਗੇ ਇਕਨੋਮੀ ਸੈਕਸ਼ਨ ਦੇ 10 ਇੰਪੋਰਟੈਂਟ ਐਮਸੀਕਿਊਜ਼। ਸੋ ਸਟਾਰਟ ਕਰਦੇ ਹਾਂ। ਉਸ ਤੋਂ ਪਹਿਲਾਂ ਇੱਕ ਵਾਰੀ ਤੁਹਾਡਾ ਵੀਕਲੀ ਸ਼ਡਿਊਲ ਜਿਹੜਾ ਕਿ YouTube ਚੈਨਲ ਪੰਜਾਬ ਸਕਸੈਸ ਮੰਤਰਾ ਤੁਹਾਡੇ ਲਈ ਰਨ ਕਰਦਾ ਹੈ। ਵੇਰੀਅਸ ਐਗਜ਼ਾਮ ਜਿਹੜੇ ਪੰਜਾਬ ਗਵਰਨਮੈਂਟ ਲੈ ਰਹੀ ਹੈ ਉਹਨਾਂ ਤੋਂ ਤੁਹਾਡੀ ਪ੍ਰੀਪਰੇਸ਼ਨ ਨੂੰ ਹੋਰ ਦਰੁਸਤ ਕਰਨ ਲਈ, ਹੋਰ ਜ਼ਿਆਦਾ ਇਨਹਾਂਸ ਕਰਨ ਲਈ। ਆਲਰਾਈਟ, ਸੋ ਲੈਟਸ ਬਿਗਿਨ ਦ ਸੈਸ਼ਨ। ਪਹਿਲਾ ਕੁਐਸਚਨ ਜਿਹੜਾ ਹੈ ਤੁਹਾਡੀ ਸਕਰੀਨ ਦੇ ਸਾਹਮਣੇ। Consider the following statements. Transfer payments do not have any quid pro quo. Then foreign portfolio investment FPI is included in the current account. So you have to mark the correct statement. ਤੁਸੀਂ ਇੱਥੇ ਦੱਸਣਾ ਕਿ ਬੜੀ ਕਿਹੜੀ statement ਜਿਹੜੀ ਹੈ ਉਹ ਇੱਥੇ correct ਹੈ। So please mark the answer in the comment section. Alright, so let's discuss. देखो पहली statement ਜਿਹੜੀ ਹੈ ਉਹ ਬਿਲਕੁਲ ਸਹੀ ਹੈ। ਕਹਿਣ ਦਾ ਮਤਲਬ ਕੀ ਹੈ ਕਿ ਅਸੀਂ transfer payments ਦੀ ਜਦੋਂ concept ਦੀ ਗੱਲ ਕਰਦੇ ਹਾਂ, these are those payments for which you do not provide any kind of service. You are not providing any kind of service or you are not doing any kind of work. ਤੁਸੀਂ ਵੀ ਕਿਸੇ ਵੀ ਤਰੀਕੇ ਦਾ ਕੰਮ ਕਰਕੇ ਨਹੀਂ ਦੇ ਰਹੇ ਕਿਸੇ ਨੂੰ, ਫਿਰ ਵੀ ਤੁਹਾਨੂੰ ਉਹ ਪੈਸੇ ਦੇ ਰਹੇ ਆ, ਪੇਮੈਂਟ ਦੇ ਰਹੇ, ਜਿਹਨੂੰ ਅਸੀਂ ਕਹਿੰਦੇ ਆ ਟ੍ਰਾਂਸਫਰ ਪੇਮੈਂਟ। ਫੋਰ ਐਗਜ਼ਾਮਪਲ ਕੋਈ ਡੋਨੇਸ਼ਨ ਦੇ ਰਹੇ ਆ ਅਸੀਂ, ਰਾਈਟ, ਜਾਂ ਫਿਰ ਅਸੀਂ ਕੋਈ ਚੈਰਿਟੀ ਕਰ ਰਹੇ ਆ, ਕੋਈ ਡੋਨੇਸ਼ਨ 'ਚ ਪੈਸੇ ਦੇ ਰਹੇ ਆ, ਉਹਦੇ ਲਈ ਸਾਹਮਣੇ ਵਾਲਾ ਬੰਦਾ ਜਿਹਨੂੰ ਅਸੀਂ ਡੋਨੇਸ਼ਨ ਦੇ ਰਹੇ ਆ, he or she is not performing any kind of work for us. ਤੇ that is why we say ਕਿ quid ਜਿਹੜੀ ਟ੍ਰਾਂਸਫਰ ਪੇਮੈਂਟਸ ਹੈ ਉਹਦੇ 'ਚ ਕੋਈ ਵੀ quid pro quo ਨਹੀਂ ਹੁੰਦਾ। quid pro quo ਦਾ ਮਤਲਬ ਕੀ ਹੁੰਦਾ ਹੈ, ਜੇ ਤੁਹਾਨੂੰ ਨਹੀਂ ਪਤਾ, ਇਹਦਾ ਸਿੰਪਲੀ ਮਤਲਬ ਹੈ ਕਿ I do something for you and in return you do something for me। ਬਟ ਇੱਥੇ ਅਸੀਂ ਕੀ ਦੇਖ ਰਹੇ ਹਾਂ ਕਿ ਬਈ ਸਿਰਫ ਜਿਹੜੀ ਹੈ ਡੋਨੇਸ਼ਨ ਦਿੱਤੀ ਜਾ ਰਹੀ ਹੈ, ਸਾਹਮਣੇ ਜਿਹੜਾ ਦੂਜਾ ਬੰਦਾ ਹੈ ਉਹ ਕੋਈ ਵੀ ਕੰਮ ਸਾਡੇ ਲਈ ਨਹੀਂ ਕਰ ਰਿਹਾ। ਹੈਂਸ ਫਰਸਟ ਇਜ਼ ਕਰੈਕਟ। ਦੂਜੀ ਜਿਹੜੀ ਹੈ ਉਹ ਗਲਤ ਹੈ, ਬਿਕੋਜ਼ ਇਟ ਸ਼ੁੱਡ ਹੈਵ ਬੀਨ ਕੈਪੀਟਲ ਅਕਾਊਂਟ। ਅਸੀਂ ਦੇਖਦੇ ਹਾਂ ਕਿ ਜਿਹੜੇ ਕਰੰਟ ਅਕਾਊਂਟ ਤੇ ਕੈਪੀਟਲ ਅਕਾਊਂਟ ਅਸੀਂ BOP ਬੈਲੈਂਸ ਆਫ ਪੇਮੈਂਟ ਵਿੱਚ ਡਿਸਕਸ ਕਰਦੇ ਹਾਂ, ਉਹਦੇ ਵਿੱਚ ਕੈਪੀਟਲ ਅਕਾਊਂਟ ਵਿੱਚ ਸਾਰੀ ਤਰੀਕੇ ਦੀਆਂ ਇਨਵੈਸਟਮੈਂਟ ਜਿਹੜੀ ਕਿ ਫੋਰਨ ਪੋਰਟਫੋਲੀਓ ਇਨਵੈਸਟਮੈਂਟ, ਫੋਰਨ ਡਾਇਰੈਕਟ ਇਨਵੈਸਟਮੈਂਟ, ਆਲ ਦੋਜ਼ ਆਰ ਇਨਕਲੂਡਡ। ਤਾਂ ਆਂਸਰ ਕੀ ਹੋ ਜਾਏਗਾ? ਆਂਸਰ ਵਿਲ ਬੀ A1 ਓਨਲੀ। ਆਲਰਾਈਟ, ਆਈ ਹੋਪ ਦਿਸ ਇਜ਼ ਕਲੀਅਰ। Moving to question number 2, how many of the below given pairs is or are correctly matched? पहला, depreciation of Indian national rupee INR, रुपए ਦੀ ਗੱਲ ਹੋ ਰਹੀ ਹੈ ਇੱਥੇ, hurts the importers। दूजा, appreciation of INR Indian national rupee hurts the exporters। ਤੇ ਤੀਜਾ, dirty float exchange rate, government can never intervene। so ਤੁਸੀਂ ਇੱਥੇ ਦੱਸਣਾ ਬਈ ਸਾਰੇ ਪੇਅਰ ਕਰੈਕਟਲੀ ਮੈਚਡ ਨੇ, ਇੱਕ ਕਰੈਕਟਲੀ ਮੈਚਡ ਹੈ, ਦੋ ਕਰੈਕਟਲੀ ਮੈਚਡ ਨੇ, ਜਾਂ ਫਿਰ ਕੋਈ ਵੀ ਪੇਅਰ ਜਿਹੜਾ ਹੈ ਉਹ ਕਰੈਕਟਲੀ ਮੈਚਡ ਨਹੀਂ ਹੈ। ਸੋ ਪਲੀਜ਼ ਮਾਰਕ ਯਰ ਆਨਸਰਸ। ਡਿਸਕਸ ਕਰਦੇ ਹਾਂ। ਦੇਖੋ ਜਦੋਂ ਵੀ ਡਿਪਰੀਸ਼ੀਏਟ ਕਰੇਗਾ ਰੂਪੀ, ਮੰਨ ਲਓ ਪਹਿਲਾਂ $1 ਦੇ ਕੇ ਤੁਹਾਨੂੰ ਮਿਲ ਰਿਹਾ ਸੀ, ਜਾਂ 80 ਰੁਪਏ ਦੇ ਕੇ ਤੁਹਾਨੂੰ $1 ਜਿਹੜਾ ਉਹ ਮਿਲ ਰਿਹਾ ਸੀ। ਹੁਣ ਫੋਰ ਐਗਜ਼ਾਮਪਲ ਜੇ ਮੰਨ ਲਈਏ $100 ਦੇ ਕੇ, ਜਾਂ ਫਿਰ ਮੰਨ ਲਓ 150 ਰੁਪਏ ਦੇ ਕੇ $1 ਜਿਹੜਾ ਤੁਹਾਨੂੰ ਮਿਲ ਰਿਹਾ ਹੈ, मतलब कि रूपी ਜਿਹੜਾ ਹੈ ਉਹ ਕੰਟੀਨਿਊਸਲੀ ਫਾਲ ਕਰ ਰਿਹਾ, ਉਹ ਡੈਪਰੀਸ਼ੀਏਟ ਕਰ ਰਿਹਾ। 80 ਰੁਪਏ ਪਹਿਲੇ ਦੇ ਕੇ $1 ਲੈ ਰਹੇ ਸੀ, ਹੁਣ 150 ਰੁਪਏ ਦੇ ਕੇ $1 ਲੈ ਰਹੇ ਹੋ, ਜਸਟ ਇੱਕ ਐਗਜ਼ਾਮਪਲ ਦੇ ਤੌਰ ਤੇ। ਤੇ ਜੇ ਅਸੀਂ ਪਹਿਲਾਂ 80 ਰੁਪਏ ਦੇ ਕੇ $1 ਤੋਂ ਮੰਨ ਲਓ ਕਰੂਡ ਆਇਲ ਇੰਪੋਰਟ ਕਰ ਰਹੇ ਸੀ 1 ਲੀਟਰ, ਤੇ ਹੁਣ ਸਾਨੂੰ 150 ਰੁਪਏ ਦੇ ਕੇ ਵੀ ਆਰ ਗੈਟਿੰਗ $1, ਤੇ ਉਸ $1 ਤੋਂ ਅਸੀਂ ਸੇਮ 1 ਲੀਟਰ ਕਰੂਡ ਆਇਲ ਇੰਪੋਰਟ ਕਰ ਪਾ ਰਹੇ ਹਾਂ। ਤੇ ਹੈਂਸ ਸਾਡੇ ਲਈ ਇੰਪੋਰਟ ਕਰਨਾ ਮਹਿੰਗਾ ਹੋ ਗਿਆ ਪਹਿਲਾਂ ਨਾਲੋਂ, ਐਂਡ that is why we say that it is hurting the importers। ਪਹਿਲਾ ਪੇਅਰ it is correct। ਦੂਜਾ, ਐਪਰੀਸੀਏਸ਼ਨ ਆਫ INR, ਮਤਲਬ ਕਿ ਪਹਿਲਾਂ 150 ਰੁਪਏ ਦੇ ਕੇ ਤੁਹਾਨੂੰ ਮਿਲ ਰਿਹਾ ਸੀ $1, ਹੁਣ 80 ਰੁਪਏ ਦੇ ਕੇ $1 ਮਿਲ ਰਿਹਾ, ਮਤਲਬ ਕਿ ਐਪਰੀਸ਼ੀਏਟ ਹੋ ਗਈ ਤੁਹਾਡੀ ਕਰੰਸੀ, ਰਾਈਟ। ਜਾਂ ਫਿਰ ਇਦਾਂ ਕਹਿ ਲਓ ਕਿ ਪਹਿਲਾਂ $1 ਦੇ ਕੇ ਜਿਹੜਾ ਕੋਈ ਵੀ ਬਾਹਰ ਦਾ ਬੰਦਾ, ਜਾਂ ਫਿਰ ਕਹਿ ਲਓ ਅਮਰੀਕਨ $1 ਦੇ ਕੇ ਉਹਨੂੰ 150 ਰੁਪਏ ਮਿਲ ਰਿਹਾ ਸੀ, ਉਹ 150 ਰੁਪਏ ਦਾ ਵਰਥ ਸਾਡੇ ਐਕਸਪੋਰਟਰ ਨੂੰ ਆਰਡਰ ਦੇ ਰਿਹਾ ਸੀ ਤੇ ਉਸ ਤੋਂ ਸਮਾਨ ਲੈ ਰਿਹਾ ਸੀ। ਹੁਣ 150 ਨਹੀਂ, ਉਹਨੂੰ 80 ਰੁਪਏ ਮਿਲ ਰਹੇ ਨੇ। $1 ਦੇ ਕੇ ਇੱਕ ਅਮਰੀਕਨ ਬੰਦੇ ਨੂੰ, ਇੱਕ ਅਮਰੀਕਨ ਸਿਟੀਜ਼ਨ ਨੂੰ $1 ਦੇ ਕੇ 80 ਰੁਪਏ ਮਿਲ ਰਹੇ ਨੇ, ਤੇ ਉਹ ਹੁਣ ਹੀ ਵਿਲ ਐਕਸਪੋਰਟ ਲੈਸ। ਐਕਸਪੋਰਟ ਲੈਸ ਦਾ ਮਤਲਬ ਜਿਹੜਾ ਇੰਡੀਅਨ ਬੰਦਾ ਐਕਸਪੋਰਟ ਕਰਕੇ ਉਹਨੂੰ ਸਮਾਨ ਵੇਚ ਰਿਹਾ, ਉਹਦੇ ਤੋਂ ਹੀ ਵਿਲ ਪਰਚੇਜ਼ ਲੈਸ। ਤੇ that is why appreciation ਜਿਹੜਾ ਹੈ ਰੁਪਏ ਦਾ, it hurts the exporter। ਸੋ ਸੈਕੰਡ ਪੇਅਰ ਇਜ਼ ਆਲਸੋ ਕਰੈਕਟ। ਤੀਜਾ ਜਿਹੜਾ ਹੈ ਡਰਟੀ ਫਲੋਟ ਐਕਸਚੇਂਜ ਰੇਟ, ਇਹਨੂੰ ਅਸੀਂ ਕਹਿੰਦੇ ਆ ਡਰਟੀ ਮੈਨੇਜਡ ਐਕਸਚੇਂਜ ਰੇਟ, ਰਾਈਟ। ਸੋ ਇਹਦੇ ਵਿੱਚ ਸਰਕਾਰ ਜਿਹੜੀ ਹੈ ਉਹ ਅਬ ਨਾਰਮਲ ਟਾਈਮ ਵਿੱਚ, ਜਾਂ ਫਿਰ ਕਹਿ ਲਓ ਜਿਹੜਾ ਵੀ ਇਕਨੋਮੀ 'ਚ ਕੋਈ ਸ਼ੌਕ ਆਇਆ ਹੈ, ਜਿੱਥੇ ਜਿਹੜਾ ਡਾਲਰ ਤੇ INR ਰੁਪੀ ਦਾ ਜਿਹੜਾ ਐਕਸਚੇਂਜ ਰੇਟ ਹੈ that is fluctuating ਬਹੁਤ ਜ਼ਿਆਦਾ, ਤੇ INR ਸਾਡਾ ਮੰਨ ਲਓ ਬਹੁਤ ਜ਼ਿਆਦਾ ਰੁਪਇਆ ਜਿਹੜਾ ਹੈ ਡੈਪਰੀਸ਼ੀਏਟ ਕਰਦਾ ਜਾ ਰਿਹਾ ਹੈ, ਉਸ ਵੇਲੇ ਸਰਕਾਰ ਜਿਹੜੀ ਹੈ, ਸੈਂਟਰਲ ਬੈਂਕ ਜਿਹੜਾ ਹੈ, ਰਿਜ਼ਰਵ ਬੈਂਕ ਜਿਹੜਾ ਹੈ, ਉਹ ਇੰਟਰਵੀਨ ਕਰੇਗਾ। ਨਾਰਮਲ ਟਾਈਮਸ ਵਿੱਚ ਇਟ ਵਿਲ ਨਾਟ ਇੰਟਰਵੀਨ।
So but we cannot say that the government can never intervene, right? Hence the third pair is incorrect. तो आंसर की हो जाएगा 2 pairs only. Answer will be B, that is 2 pair ਜਿਹੜੇ ਨੇ ਉਹ correctly matched ਨੇ. I hope this is clear. Moving to question number 3. Consider the following statements. India recently unveiled its foreign trade policy 2022-2027, 2022-27. Second statement, Directorate General Foreign Trade, that is DGFT, is responsible for drafting the foreign trade policy. ਤੇ ਤੁਸੀਂ ਦੱਸਣਾ ਇੱਥੇ ਕਿਹੜੀ ਸਟੇਟਮੈਂਟ ਜਿਹੜੀ ਦੋਨਾਂ ਚੋਂ ਉਹ ਕਰੈਕਟ ਹੈ, ਸਹੀ ਸਟੇਟਮੈਂਟ ਕਿਹੜੀ ਹੈ ਇੱਥੇ ਪਲੀਜ਼ ਮਾਰਕ ਕਰਕੇ ਦੱਸੋ ਕਮੈਂਟ ਬਾਕਸ ਵਿੱਚ. 1 only, 2 only, both 1 and 2, none of the above. ਦੇਖੋ ਇੱਥੇ ਜਿਹੜੀ ਗੱਲ ਹੋ ਰਹੀ ਹੈ ਰੀਸੈਂਟਲੀ ਇਹ ਨਿਊਜ਼ ਵਿੱਚ ਸੀਗਾ ਕਿਉਂਕਿ ਜਿਹੜੀ ਪੁਰਾਣੀ FTP ਸੀਗੀ, FTP ਜਾਂ ਫਿਰ ਕਹ ਲਓ ਫੋਰਨ ਟ੍ਰੇਡ ਪਾਲਿਸੀ 2015-2020, that was earlier extended until September 2022. ਇਹਨੂੰ 30 ਸਤੰਬਰ 2022 ਤੱਕ ਸਰਕਾਰ ਨੇ ਪਹਿਲਾਂ ਐਕਸਟੈਂਡ ਕੀਤਾ ਸੀ, ਮਤਲਬ ਕਿ 1 ਅਕਤੂਬਰ 2022 ਨੂੰ this policy should have lapsed, it should have expired. But ਹੁਣ ਇਹਨੂੰ with effect from 1 ਅਕਤੂਬਰ 6 months ਲਈ 6 ਮਹੀਨਿਆਂ ਲਈ ਅੱਗੇ ਹੋਰ ਐਕਸਟੈਂਡ ਕਰਤਾ ਹੈ ਸਰਕਾਰ ਨੇ, ਰਾਈਟ? ਤੇ ਫੋਰਨ ਟ੍ਰੇਡ ਪਾਲਿਸੀ 2022-2027 that has been still put on hold, ਇਹਨੂੰ ਹੋਲਡ ਤੇ ਰੱਖਤਾ ਹੈ, ਇਹਨੂੰ ਹਲੇ ਰਿਵੀਲ ਜਾਂ ਫਿਰ ਕਹ ਲਓ ਅਨਵੀਲ ਨਹੀਂ ਕੀਤਾ ਸਰਕਾਰ ਨੇ, ਸਾਈਟਿੰਗ ਵੇਰੀਅਸ ਰੀਜ਼ਨਸ ਕਿ ਬਈ ਹਲੇ ਗਲੋਬਲ ਇਕਨੋਮਿਕ ਕੰਡੀਸ਼ਨ ਜਿਹੜੀ ਉਹ ਉਨੀ ਸਟੇਬਲ ਨਹੀਂ ਹੈ, ਯੂਕਰੇਨ ਰਸ਼ੀਆ ਦਾ ਕਨਫਲਿਕਟ ਕਰਕੇ ਬਹੁਤ ਸਾਰੇ ਕੰਟਰੀਜ਼ ਵਿੱਚ, ਬਹੁਤ ਸਾਰੀ ਇਕਨੋਮੀਜ਼ ਵਿੱਚ ਅਸੀਂ ਦੇਖ ਰਹੇ ਹਾਂ ਕਿ ਐਕਸਪੋਰਟਸ ਜਿਹੜੇ ਨੇ ਉਹ ਨਹੀਂ ਹੋ ਰਹੇ ਜਾਂ ਫਿਰ ਕਹ ਲਓ ਕਿ ਪ੍ਰਾਈਸਿਸ ਵਧੇ ਹੋਏ ਨੇ, ਐਂਡ ਹੈਂਸ ਦ ਸਿਚੁਏਸ਼ਨ ਔਰ ਦ global economic situation is not very much stable and hence ਹਲੇ ਜ਼ਰੂਰਤ ਹੈ ਕਿ ਪਿਛਲੀ ਪਾਲਿਸੀ ਨੂੰ ਕੰਟੀਨਿਊ ਕਰੀਏ ਤਾਂ ਕਿ ਅਸੀਂ ਹੋਰ ਕੋਈ ਅਨਸਰਟੇਨਿਟੀ ਐਡ ਨਾ ਕਰੀਏ। ਇਸ ਵੇਲੇ ਪੁਰਾਣੀ ਪਾਲਿਸੀ ਨੂੰ ਕੰਟੀਨਿਊ ਕਰੀਏ 6 ਮਹੀਨੇ ਲਈ, ਉਸ ਤੋਂ ਬਾਅਦ ਦੇਖਾਂਗੇ ਕਿ ਨਵੀਂ ਪਾਲਿਸੀ ਅਨਵੀਲ ਕਰਨ ਦਾ ਸਮਾਂ ਜਿਹੜਾ ਹੈ ਉਹ ਸਹੀ ਹੈ, ਸਟੇਬਲ ਹੈ, ਸਥਿਰਤਾ ਹੈ ਇਕਨੋਮੀ ਵਿੱਚ, ਰਾਈਟ? ਹੈਂਸ ਪਹਿਲੀ ਜਿਹੜੀ ਸਟੇਟਮੈਂਟ ਹੈ ਉਹ ਗਲਤ ਹੈ, ਅਨਵੀਲ ਅਸੀਂ ਹਲੇ ਨਹੀਂ ਕੀਤੀ ਹੈ, ਪਿਛਲੀ ਪਾਲਿਸੀ ਨੂੰ 6 ਮਹੀਨਿਆਂ ਲਈ ਐਕਸਟੈਂਡ ਕੀਤਾ ਗਿਆ ਵਿਦ ਇਫੈਕਟ ਫਰਮ ਅਕਤੂਬਰ। ਕਹਿਣ ਦਾ ਮਤਲਬ ਕੀ ਹੋ ਗਿਆ, ਅੰਟਿਲ ਮਾਰਚ 2023 ਮਾਰਚ ਮਹੀਨੇ ਤੱਕ ਇਹਨੂੰ ਐਕਸਟੈਂਡ ਕੀਤਾ ਗਿਆ, ਰਾਈਟ? ਦੂਜੀ ਸਟੇਟਮੈਂਟ ਜਿਹੜੀ ਹੈ ਕਿ DGFT ਵਿਚ ਇਜ਼ ਅੰਡਰ ਦੀ ਮਿਨਿਸਟਰੀ ਆਫ ਕਮਰਸ, ਇਹ ਜਿਹੜਾ ਹੈ ਕੀ ਕਰਦਾ ਹੈ, ਤੁਹਾਡੀ ਫੋਰਨ ਟ੍ਰੇਡ ਪਾਲਿਸੀ ਨੂੰ ਡਰਾਫਟ ਕਰਨ ਦਾ ਕੰਮ ਜਿਹੜਾ ਹੈ ਉਹ ਕਿਹਦੀ ਜ਼ਿੰਮੇਵਾਰੀ ਹੈ, DGFT ਦੀ ਜ਼ਿੰਮੇਵਾਰੀ ਹੈ। ਹੈਂਸ ਦੂਜੀ ਸਟੇਟਮੈਂਟ ਜਿਹੜੀ ਹੈ ਉਹ ਸਹੀ ਹੈ, ਆਨਸਰ ਕੀ ਹੋ ਜਾਏਗਾ B, ਰਾਈਟ? ਆਈ ਹੋਪ ਦਿਸ ਇਜ਼ ਕਲੀਅਰ। ਮੂਵਿੰਗ ਟੂ ਕੁਐਸਚਨ ਨੰਬਰ 4, which of the following is incorrect regarding positive peace index? PPI ਦੇ ਬਾਰੇ ਗੱਲ ਹੋ ਰਹੀ ਹੈ ਇੱਥੇ। ਪਹਿਲੀ ਸਟੇਟਮੈਂਟ, PPI data set was created by Institute for Economics and Peace. ਦੂਜਾ, it is used to create resilient and adaptive communities that prevent conflict and help societies channel disagreements productively. Then the framework for PPI is based on 24 domains. And last, PPI is interconnected to Global Peace Index. ਤੇ ਤੁਸੀਂ ਦੱਸਣਾ ਇੱਥੇ ਕਿਹੜੀ ਸਟੇਟਮੈਂਟ ਜਿਹੜੀ ਹੈ ਉਹ ਇਨਕਰੈਕਟ ਹੈ ਵਿਦ ਰਿਸਪੈਕਟ ਟੂ ਪੋਜ਼ਿਟਿਵ ਪੀਸ ਇੰਡੈਕਸ। ਹਾਂਜੀ, ਆਲਰਾਈਟ, ਸੋ ਲੈਟਸ ਡਿਸਕਸ। ਦੇਖੋ ਇੱਥੇ ਜਿਹੜੀ ਪਹਿਲੀ ਸਟੇਟਮੈਂਟ ਉਹ ਬਿਲਕੁਲ ਸਹੀ ਹੈ ਕਿ ਇੰਸਟੀਚਿਊਟ ਫਾਰ ਇਕਨੋਮਿਕਸ ਐਂਡ ਪੀਸ ਨੇ ਜਿਹੜਾ ਡਾਟਾ ਸੈਟ ਕ੍ਰੀਏਟ ਕੀਤਾ ਸੀ ਜਿਸ ਦੇ ਬੇਸਿਸ ਤੇ ਪੋਜ਼ਿਟਿਵ ਪੀਸ ਇੰਡੈਕਸ ਜਿਹੜਾ ਹੈ ਉਹ ਡਿਕਲੇਅਰ ਕੀਤਾ ਜਾਂਦਾ ਹੈ। ਦੂਜੀ ਸਟੇਟਮੈਂਟ ਵੀ ਸਹੀ ਹੈ, ਦੈਟ ਇਜ਼ ਇਟ ਇਜ਼ ਯੂਜ਼ਡ ਟੂ ਕ੍ਰੀਏਟ ਰੈਜ਼ਿਲੀਐਂਟ ਐਂਡ ਇਟ ਇਜ਼ ਯੂਜ਼ਡ ਟੂ ਪ੍ਰੀਵੈਂਟ ਕਨਫਲਿਕਟ। ਤੇ ਜੇ ਮੰਨ ਲਓ ਕੋਈ ਡਿਸਐਗਰੀਮੈਂਟ ਹੋਏ ਵੀ ਉਹਨੂੰ ਵੀ ਅਸੀਂ ਕਿੱਦਾਂ ਰਿਜ਼ੋਲਵ ਕਰੀਏ, ਉਹਨੂੰ ਅਸੀਂ ਪ੍ਰੋਡਕਟਿਵਲੀ ਗੱਲਬਾਤ ਕਰਕੇ ਜਿਹੜਾ ਹੈ ਸੋਸਾਇਟੀ ਵਿੱਚ ਰਿਜ਼ੋਲਵ ਜਿਹੜਾ ਹੈ ਕਰ ਲਈਏ। ਸੋ ਸੈਕੰਡ ਇਜ਼ ਆਲਸੋ ਕਰੈਕਟ। ਤੀਜੀ ਸਟੇਟਮੈਂਟ ਜਿਹੜੀ ਹੈ ਉਹ ਗਲਤ ਹੈ। ਇੱਥੇ 24 ਇੰਡੀਕੇਟਰਸ ਨੇ, ਇਟ ਇਜ਼ 24 ਇੰਡੀਕੇਟਰਸ which are based on 8 domains। 8 ਇੱਥੇ ਡੋਮੇਨ ਨੇ ਤੇ ਉਹ 8 ਜਿਹੜੇ ਡੋਮੇਨ ਨੇ ਕਿੰਨੇ ਇੰਡੀਕੇਟਰਸ ਨੇ, 24 ਇੰਡੀਕੇਟਰਸ ਨੇ। Hence C will be incorrect। ਲਾਸਟ ਜਿਹੜੀ ਹੈ ਉਹ ਸਹੀ ਹੈ ਕਿ ਗਲੋਬਲ ਪੀਸ ਇੰਡੈਕਸ ਨਾਲ ਇੰਟਰਕਨੈਕਟਡ ਹੈ ਪੋਜ਼ਿਟਿਵ ਪੀਸ ਇੰਡੈਕਸ। ਸੋ ਯਰ ਆਨਸਰ ਵਿਲ ਬੀ C। ਠੀਕ ਹੈ ਜੀ, ਆਪ ਤੁਸੀਂ ਪੜ੍ਹ ਸਕਦੇ ਹੋ, ਬਾਅਦ ਚ ਅਸੀਂ ਡਿਸਕਸ ਕਰ ਲਿਆ। ਮੂਵਿੰਗ ਟੂ ਕੁਐਸਚਨ ਨੰਬਰ 5, which one of the following groups of items is included in India's foreign exchange reserves? ਇੰਡੀਆ ਦੇ ਜਿਹੜੇ ਫੋਰੈਕਸ ਰਿਜ਼ਰਵਸ ਨੇ ਉਹਦੇ ਵਿੱਚ ਅਸੀਂ ਕਿਹੜੇ ਕੰਪੋਨੈਂਟਸ ਨੂੰ ਜਾਂ ਕਿਹੜੀ ਆਈਟਮਸ ਨੂੰ ਇਨਕਲੂਡ ਕਰਦੇ ਆ? ਪਹਿਲੀ FCA ਫੋਰਨ ਕਰੰਸੀ ਐਸੈਟ, ਦੂਜਾ SDR ਐਂਡ ਤੀਜਾ ਲੋਨਸ ਫਰਮ ਫੋਰਨ ਕੰਟਰੀਜ਼। then B FCA reserve position with IMF and special drawing rights, FCA loans from World Bank and special drawing rights, ਜਾਂ ਫਿਰ FCA gold and ਵਰਲਡ ਬੈਂਕ ਤੋਂ ਜਿਹੜਾ ਸੀ ਲੋਨ ਲਿਆ ਹੈ। ਸੋ ਇੱਥੇ ਦੱਸੋ ਬਈ ਕਿਹੜੀ ਸਟੇਟਮੈਂਟ ਜਿਹੜੀ ਹੈ ਉੱਥੇ ਇੱਥੇ ਕਿਹੜਾ ਕੰਬੀਨੇਸ਼ਨ ਸਹੀ ਹੈ?
विद रिस्पेक्ट टू के इंडिया जिहड़ा है या आरबीआई जिहड़ा है वो फॉरेन एक्सचेंज रिजर्व्स किहदे विच मेंटेन करके रखता है। ऑलराइट, सो लेट्स डिस्कस। पहली जिहड़ी है वो गलत है, लोन इंक्लूड नहीं हुंदा। दूजी जिहड़ी है वो सही है। तीजी गलत है, लोन अगेन इंक्लूड नहीं हुंदा। चौथी भी गलत है, लोन इंक्लूड नहीं हुंदा। सो वी हैव आंसर एज बी। ਤੇ ਤੁਸੀਂ ਦੇਖ ਸਕਦੇ ਹੋ ਕਿਹੜੇ ਕਿਹੜੇ ਕੰਪੋਨੈਂਟਸ ਨੇ। ਇੰਡੀਆ ਦਾ ਜਿਹੜਾ ਫੋਰਨ ਐਕਸਚੇਂਜ ਰਿਜ਼ਰਵ ਹੈ ਜਿਹੜਾ ਕਿ ਕੌਣ ਮੇਨਟੇਨ ਕਰਦਾ ਹੈ, ਸਾਡਾ ਸੈਂਟਰਲ ਬੈਂਕ, that is the Reserve Bank of India. So central bank maintains India's foreign exchange reserves in 4 dimensions or in 4 components. Foreign currency asset मतलब कि डॉलर हो गया, पाउंड हो गया, ਜਿਹੜੀ ਵੀ accepted globally accepted currencies ਨੇ। then special drawing rights with IMF, ਜਿਹਨੂੰ ਤੁਸੀਂ ਕਹਿ ਸਕਦੇ ਹੋ SDRs ਕੀ ਨੇ, ਇੱਕ ਤਰੀਕੇ ਦੇ IMF ਦੀ ਕਰੰਸੀ ਹੈ। ਜਿਵੇਂ ਕਿ US ਦੀ ਕਰੰਸੀ ਕੀ ਹੈ, US ਡਾਲਰ। ਕੈਨੇਡਾ ਦੀ ਕੀ ਹੈ, ਕੈਨੇਡੀਅਨ ਡਾਲਰ। ਇੰਡੀਆ ਦੀ ਕੀ ਹੈ, ਇੰਡੀਅਨ ਨੈਸ਼ਨਲ ਰੂਪੀ। ਚਾਈਨਾ ਦੀ ਕੀ ਹੈ, ਯੂਆਨ ਜਾਂ ਫਿਰ ਰੈਨਮਿਨਬੀ। ਸੋ ਸਿਮਿਲਰਲੀ IMF ਜਿਹੜਾ ਕੀ ਕਰਦਾ ਹੈ, ਬਾਸਕਟ ਆਫ ਕਰੰਸੀਜ਼ ਨੂੰ ਲੈ ਕੇ ਇੱਕ ਬਾਸਕਟ ਕ੍ਰੀਏਟ ਕਰਦਾ ਹੈ ਜਿਹਨੂੰ ਕੀ ਕਹਿੰਦੇ ਆ ਸਪੈਸ਼ਲ ਡਰਾਇੰਗ ਰਾਈਟਸ, which acts as the currency of International Monetary Fund. then gold reserves and Reserve Bank of India's reserve position with IMF, ਜਿਹੜੇ ਵੀ ਤੁਸੀਂ कह लो पैसा गोल्ड के फॉर्म च या फिर किसी फॉरेन करेंसी की फॉर्म में रखा हुआ है IMF च, तुसी कोटा जो लेंदे हो IMF तो, then you have to maintain certain reserve position. So these are the forex components which India or RBI maintains. All right, moving to question number 6. Consider the following statements. 2022 SDG Sustainable Development Goals Index was topped by 3 Nordic countries. Duja, the 2022 International Spillover Index was included in the latest Sustainable Development Report. तो ਤੁਸੀਂ ਦੱਸਣਾ ਇੱਥੇ ਕਿਹੜੀ ਸਟੇਟਮੈਂਟ ਜਿਹੜੀ ਹੈ ਉਹ ਸਹੀ ਹੈ, ਉਹ ਕਰੈਕਟ ਹੈ, ਐਂਡ ਯੂ ਹੈਵ ਟੂ ਮਾਰਕ ਦੀ ਆਨਸਰਸ। ਹਾਂਜੀ, ਦੱਸੋ ਕੀ ਆਨਸਰ ਹੋਏਗਾ ਕਮੈਂਟ ਬਾਕਸ ਵਿੱਚ। ਆਲਰਾਈਟ, ਸੋ ਲੈਟਸ ਡਿਸਕਸ। ਦੇਖੋ ਜਿਹੜੀ ਦੋਨੋਂ ਸਟੇਟਮੈਂਟਸ ਨੇ ਇੱਥੇ ਦੋਏ ਸਟੇਟਮੈਂਟ ਸਹੀ ਨੇ, ਆਨਸਰ ਸੀ ਹੋਏਗਾ ਤੁਹਾਡਾ। ਕਿਉਂ? ਕਿਉਂਕਿ ਨੋਰਡਿਕ ਕੰਟਰੀਜ਼ ਫਿਨਲੈਂਡ, ਸਵੀਡਨ, ਡੈਨਮਾਰਕ ਨੇ ਟੌਪ ਕੀਤਾ ਨੋਰਡਿਕ ਕੰਟਰੀਜ਼ ਜਿਹੜੀਆਂ ਨੇ SDG ਇੰਡੈਕਸ 2022 ਦਾ। ਐਂਡ ਉਹਦੇ ਵਿੱਚ ਅਸੀਂ ਇੰਟਰਨੈਸ਼ਨਲ ਸਪਿਲ ਓਵਰ ਇੰਡੈਕਸ ਨੂੰ ਵੀ ਇਨਕਲੂਡ ਕੀਤਾ। ਸਪਿਲ ਓਵਰ ਦਾ ਮਤਲਬ ਕੀ ਹੈ ਕਿ ਕੋਈ ਮੰਨ ਲਓ ਅਸੀਂ ਕੰਮ ਕਰ ਰਹੇ ਹਾਂ, ਉਹਦਾ ਹੋਰ ਕਿੱਥੇ ਕੀ ਕਨਸੀਕੁਐਂਸ ਦੇਖਣ ਨੂੰ ਮਿਲ ਰਿਹਾ, ਉਹਦਾ ਅੱਗੇ ਹੋਰ ਕਿੱਥੇ ਕੋਈ ਸਪਿਲ ਓਵਰ ਇਫੈਕਟ ਦੇਖਣ ਨੂੰ ਮਿਲ ਰਿਹਾ। ਤੇ ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਮੰਨ ਲਓ ਜਿਹੜੇ ਯੂਰੋਪੀਅਨ ਕੰਟਰੀਜ਼ ਨੇ, ਯੂਰੋਪ ਦੇ ਕੰਟਰੀਜ਼ ਨੇ, ਜਿਹੜੇ ਕਿ ਕਾਫੀ ਡਿਵੈਲਪਡ ਕੰਟਰੀਜ਼ ਨੇ, ਉਹ ਇੰਨੀ ਜ਼ਿਆਦਾ ਅਨਸਸਟੇਨੇਬਲ ਕੰਜ਼ੰਪਸ਼ਨ ਕਰ ਰਹੇ ਨੇ। ਅਨਸਸਟੇਨੇਬਲ ਕੰਜ਼ੰਪਸ਼ਨ ਦਾ ਮਤਲਬ ਕਿ ਨੈਚੁਰਲ ਰਿਸੋਰਸਿਸ ਨੂੰ ਇੰਨਾ ਜ਼ਿਆਦਾ ਐਕਸਪਲੋਇਟ ਕਰਕੇ अपनी प्रोडक्शन ते कंजम्पशन कर रहे हैं कि विच इज नॉट सस्टेनेबल। ते ओदे जेडे रैमिफिकेशंस या फिर कॉन्सिक्वेंसेस ने, दोज आर आल्सो हैविंग इफेक्ट्स ऑन दी रेस्ट ऑफ दी वर्ल्ड, कि जिन्ने बाकी कंट्रीज ने दुनिया च उन्हां ते भी ओदा स्पिल ओवर इफेक्ट जिहड़ा है वो पै रहा है। दैट इज वाई 2022 दी जिहड़ी लेटेस्ट सस्टेनेबल डेवलपमेंट रिपोर्ट है वो गल करदी है इन्हां सारियां गल्लां बारे कि यूरोपियन कंट्रीज, डेवलप्ड कंट्रीज जिहड़े कि रिच कंट्रीज ने पर्टिकुलरली, जिन्हां कोल ज्यादा पैसा है ना, वो सारे की कर रहे हैं, अनसस्टेनेबली कंज्यूम कर रहे हैं, बहुत ज्यादा ओवर एक्सप्लॉयटेशन कर रहे हैं नेचुरल रिसोर्सेज की। सो एक चीज ਅਸੀਂ डिस्कस कर ਲਈ। ਕੀ ਟਾਈਟਲ ਸੀਗਾ 2022 ਦੀ ਜਿਹੜੀ SDR ਸੀਗੀ ਫਰਮ ਕ੍ਰਾਈਸਿਸ ਟੂ ਸਸਟੇਨੇਬਲ ਡਿਵੈਲਪਮੈਂਟ। ਤੇ ਇੱਥੇ ਕੀ ਗੱਲ ਹੋ ਰਹੀ ਹੈ ਕਿ ਵੀ ਰਿਚ ਕੰਟਰੀਜ਼ ਜਿਹੜੀਆਂ ਨੇ ਦੇ ਜਨਰੇਟ ਅ ਨੈਗੇਟਿਵ ਇੰਟਰਨੈਸ਼ਨਲ ਸਪਿਲ ਓਵਰ ਨੋਟੇਬਲੀ ਥਰੂ ਅਨਸਸਟੇਨੇਬਲ ਕੰਜ਼ੰਪਸ਼ਨ, ਰਾਈਟ। ਦੈਨ ਨੋਰਡਿਕ ਕੰਟਰੀਜ਼ ਕਿਹੜੇ ਨੇ ਇੱਥੇ ਜਿਹਨਾਂ ਨੇ ਟੌਪ ਕੀਤਾ 2022 ਦਾ ਇੰਡੈਕਸ? फिनलैंड, डेनमार्क एंड स्वीडन, राइट। सो ये ਅਸੀਂ डिस्कस कर लिया, दो स्टेटमेंट्स हेंस वर करेक्ट। ऑलराइट, लेट्स मूव टू क्वेश्चन नंबर 7। व्हिच ऑफ द फॉलोइंग स्टेटमेंट्स इज और आर इनकरेक्ट? पहली केड़ी है भाई स्टेटमेंट, STT यानी कि सिक्योरिटीज ट्रांजैक्शन टैक्स इज लेवीड एट द टाइम ऑफ परचेज एंड सेल ऑफ सिक्योरिटीज लिस्टेड ऑन स्टॉक एक्सचेंजेस इन इंडिया। दूजा, दिस टैक्स वाज इंट्रोड्यूस्ड इन यूनियन बजट 2004। सो प्लीज मार्क दी आंसर। ਤੁਹਾਨੂੰ ਇੱਥੇ ਦੱਸਣਾ ਹੈ ਕਿ ਕਿਹੜੀ ਸਟੇਟਮੈਂਟ ਜਿਹੜੀ ਉਹ ਗਲਤ ਹੈ, ਇਨਕਰੈਕਟ ਹੈ। ਆਲਰਾਈਟ, ਸੋ ਲੈਟਸ ਡਿਸਕਸ। ਦੋਏ ਸਟੇਟਮੈਂਟ ਸਹੀ ਨੇ, ਆਨਸਰ ਤੁਹਾਡਾ ਹੋ ਜਾਏਗਾ ਡੀ, ਕਿਉਂਕਿ ਕੋਈ ਵੀ ਸਟੇਟਮੈਂਟ ਜਿਹੜੀ ਉਹ ਗਲਤ ਨਹੀਂ ਹੈ। ਜਦੋਂ ਅਸੀਂ ਦੇਖੋ ਸਿੰਪਲ ਜੀ ਗੱਲ ਹੈ, ਸਿਕਿਉਰਿਟੀਜ਼ ਦੀ ਜਾਂ ਫਿਰ ਜਿਹੜੇ ਕਹ ਲਓ ਬੌਂਡਸ ਹੁੰਦੇ ਨੇ, ਉਹਨਾਂ ਦੀ ਅਸੀਂ ਸੇਲ ਜਾਂ ਫਿਰ ਪਰਚੇਸ ਕਰਦੇ ਹਾਂ ਤੇ ਉਹਦੇ ਤੇ ਜੋ ਵੀ ਸਾਨੂੰ ਗੇਨ ਹੁੰਦਾ ਹੈ, ਜੋ ਵੀ ਅਸੀਂ ਪ੍ਰੋਫਿਟ ਜਾਂ ਪੈਸਾ ਕਮਾਉਂਦੇ ਹਾਂ, ਉਹਦੇ ਤੇ ਲੱਗਦਾ ਹੈ ਸਿਕਿਉਰਿਟੀਜ਼ ਐਂਡ ਟ੍ਰਾਂਜੈਕਸ਼ਨ ਟੈਕਸ। ਕਿਉਂ? ਕਿਉਂਕਿ ਤੁਸੀਂ ਸਿਕਿਉਰਿਟੀਜ਼ ਦੀ ਟ੍ਰਾਂਜੈਕਸ਼ਨ ਕਰ ਰਹੇ ਹੋ, ਉਹਦੇ ਤੇ ਟੈਕਸ ਲੱਗ ਰਿਹਾ, ਸਿਕਿਉਰਿਟੀਜ਼ ਐਂਡ ਟ੍ਰਾਂਜੈਕਸ਼ਨ ਟੈਕਸ। ਸੋ ਇਟ ਇਜ਼ ਟਰੂ। ਦੂਜੀ ਕਿ ਬਈ 1 ਅਕਤੂਬਰ 2004 ਤੋਂ ਇਹਨੂੰ ਵਿਦ ਇਫੈਕਟ ਕੀਤਾ ਗਿਆ ਸੀ ਜਾਂ ਫਿਰ ਇੰਪਲੀਮੈਂਟ ਕੀਤਾ ਗਿਆ ਸੀ, ਐਂਡ 2004 ਦੇ ਯੂਨੀਅਨ ਕੇਂਦਰੀ ਬਜਟ ਵਿੱਚ ਇਹਨੂੰ ਇੰਟਰੋਡਿਊਸ ਕੀਤਾ ਸੀ ਸਰਕਾਰ ਨੇ। ਸੋ ਦੋਏ ਸਟੇਟਮੈਂਟਸ ਇੱਥੇ ਸਹੀ ਨੇ, ਰਾਈਟ।
So that we have discussed. Let's move forward to question number 8. Which of the following is or are correct? Pehla, in case of repo rate, banks borrow short-term funds by pledging government securities. Second, under MSF, that is MSF की होता है marginal standing facility. So under marginal standing facility, banks can borrow funds or from RBI by pledging G-Secs within the limits of SLR या फिर statutory liquidity ratio. And तीजा, marginal standing facility rate या फिर MSF rate is higher than the repo rate. ਤੁਸੀਂ ਦੱਸਣਾ ਹੈ ਕਿਹੜੀ ਸਟੇਟਮੈਂਟ ਜਿਹੜੀ ਉਹ ਸਹੀ ਹੈ। ਹਾਂਜੀ, ਆਲਰਾਈਟ, ਦੇਖੋ ਤਿੰਨੋਂ ਸਟੇਟਮੈਂਟ ਸਹੀ ਨੇ, ਆਨਸਰ ਹੋ ਜਾਏਗਾ ਤੁਹਾਡਾ ਡੀ ਇੱਥੇ, ਔਰ ਆਨਸਰ ਵਿਲ ਬੀ ਡੀ ਹੇਅਰ। Why? Because we all know that when banks they borrow from Reserve Bank of India, they give or they pledge government securities, and this is a short term lending ਜਿਹੜਾ ਕਿਸ ਰੇਟ ਤੇ ਹੁੰਦਾ, ਜਿਹੜਾ ਰੇਟ ਆਫ ਇੰਟਰਸਟ ਬੈਂਕ ਪੇ ਕਰਦਾ ਹੈ ਆਰਬੀਆਈ ਨੂੰ, ਜਾਂ ਫਿਰ ਕਹ ਲਓ ਜਿਹੜੇ ਰੇਟ ਆਫ ਇੰਟਰਸਟ ਤੇ ਆਰਬੀਆਈ ਲੈਂਡ ਕਰਦਾ ਬੈਂਕ ਨੂੰ, that is called repo rate। ਦੂਜੀ MSF ਜਿਹੜਾ ਹੈ ਮਾਰਜਨਲ ਸਟੈਂਡਿੰਗ ਫੈਸਿਲਿਟੀ, ਜੇ ਮੰਨ ਲਓ ਕੋਈ ਲਿਕੁਇਡਿਟੀ ਮਿਸਮੈਚ ਹੈ ਬੈਂਕ ਦੇ ਵਿੱਚ and hence the banks needs urgently liquidity, right? So ਉਹਦੇ ਕੋਲ G-Secs ਖਤਮ ਹੋ ਗਈਆਂ ਨੇ, ਤੇ ਫਿਰ ਉਹ ਕੀ ਕਰੇਗਾ, SLR ਵਿੱਚ statutory liquidity ratio ਵਿੱਚ ਜਿਹੜੀ ਉਹਦੇ ਕੋਲ G-Secs ਗਵਰਨਮੈਂਟ ਸਿਕਿਉਰਿਟੀਜ਼ ਪਈਆਂ ਨੇ, ਉਸ ਰਿਜ਼ਰਵ ਵਿੱਚੋਂ ਕੱਢ ਕੇ ਗਵਰਨਮੈਂਟ ਸਿਕਿਉਰਿਟੀਜ਼ ਆਰਬੀਆਈ ਨੂੰ ਦੇਗਾ ਤੇ ਫਿਰ ਆਰਬੀਆਈ ਤੋਂ ਪੈਸਾ ਚੁੱਕੇਗਾ। ਬਟ ਆਰਬੀਆਈ ਇੱਥੇ ਕੀ ਕਰਦਾ ਹੈ, ਇੱਕ ਪੈਨਲਟੀ ਰੇਟ MSF ਜਿਹੜਾ ਹੈ ਉਹਦੇ ਤੇ ਆਰਬੀਆਈ ਕੀ ਕਰ ਰਿਹਾ, MSF ਰੇਟ ਜਿਹੜਾ ਹੈ ਉਹ ਇੱਕ ਪੈਨਲਟੀ ਰੇਟ ਹੈ ਕਿ ਆਰਬੀਆਈ ਕਹਿ ਰਿਹਾ ਕਿ ਤੁਸੀਂ ਆਪਣੀ ਲਿਕੁਇਡਿਟੀ ਨੂੰ ਸਹੀ ਤਰੀਕੇ ਨਾਲ ਮੈਚ ਕਿਉਂ ਨਹੀਂ ਕੀਤਾ, ਉਹਦੇ ਵਿੱਚ ਮਿਸਮੈਚ ਕਿਉਂ ਹੋਇਆ ਹੈ, ਐਂਡ ਤੁਹਾਡੇ ਕੋਲ G-Secs ਗਵਰਨਮੈਂਟ ਸਿਕਿਉਰਿਟੀਜ਼ ਵੀ ਨਹੀਂ ਹਨ, ਤੁਸੀਂ SLR ਵਾਲਾ ਜਿਹੜਾ ਰਿਜ਼ਰਵ ਹੈ, ਯੂ ਆਰ ਯੂਜ਼ਿੰਗ ਦ ਗਵਰਨਮੈਂਟ ਸਿਕਿਉਰਿਟੀਜ਼ ਫਰੋਮ ਯੋਰ ਰਿਜ਼ਰਵ, ਰਾਈਟ? ਇਹ ਸਟੈਚੂਟਰੀ ਲਿਕੁਇਡਿਟੀ ਰੇਸ਼ੋ ਵਾਲਾ ਜਿਹੜਾ ਰਿਜ਼ਰਵ ਹੈ ਉਸ ਤੋਂ ਤੁਸੀਂ ਯੂਜ਼ ਕਰ ਰਹੇ ਹੋ, ਐਂਡ ਹੈਂਸ ਯੂ ਹੈਵ ਟੂ ਪੇ ਅ ਪੈਨਲਟੀ। ਤੇ ਦੂਜੀ ਸਟੇਟਮੈਂਟ ਜਿਹੜੀ ਉਹ ਸਹੀ ਹੈ। MSF ਇਸੇ ਕਰਕੇ ਅਸੀਂ ਕਹਿੰਦੇ ਹਾਂ ਹਾਇਰ ਹੁੰਦਾ ਹੈ ਰੈਪੋ ਰੇਟ ਤੋਂ, ਕਿਉਂ? ਅਸੀਂ ਪਾਲਿਸੀ ਕੋਰੀਡੋਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਰਿਵਰਸ ਰੈਪੋ ਰੇਟ, ਦੈਨ ਰੈਪੋ ਰੇਟ, ਐਂਡ ਲਾਸਟ ਵਿੱਚ ਯੂ ਹੈਵ ਦ ਮਾਰਜਨਲ ਸਟੈਂਡਿੰਗ ਫੈਸਿਲਿਟੀ ਵਿਚ ਇਜ਼ ਔਨ ਦ ਹਾਇਰ ਸਾਈਡ। ਇਹ ਸਭ ਤੋਂ ਜ਼ਿਆਦਾ ਹੁੰਦਾ ਹੈ, ਜਨਰਲੀ ਰਿਵਰਸ ਰੈਪੋ ਰੇਟ ਸਭ ਤੋਂ ਘੱਟ ਹੁੰਦਾ ਹੈ, ਰਾਈਟ? ਸੋ ਆਨਸਰ ਵਿਲ ਬੀ ਡੀ ਫॉर ਕੁਐਸਚਨ ਨੰਬਰ 8। ਲੈਟਸ ਮੂਵ ਟੂ ਕੁਐਸਚਨ ਨੰਬਰ 9। ਵਿਚ ਆਫ ਦ ਫੋਲੋਇੰਗ ਇਜ਼ ਇਨਕਰੈਕਟ ਰਿਗਾਰਡਿੰਗ G-Secs और गवर्नमेंट सिक्योरिटीज? पहला, treasury bills are money market instruments and are short term debt instruments issued by the government of India. दूजा, treasury bills are zero coupon securities and pay no interest. तीजा, in India central government issues both treasury bills and bonds while state governments issue only bonds or dated securities. And last, none of the above. So you are supposed to mark the incorrect statement out of these. So please mark the answers. देखो इत्थे ਜਿਹੜੀਆਂ ਤਿੰਨਾਂ ਸਟੇਟਮੈਂਟਸ ਨੇ, ਤਿੰਨੋਂ ਸਟੇਟਮੈਂਟਸ ਜਿਹੜੀਆਂ ਨੇ ਉਹ ਸਹੀ ਨੇ, A, B and C। none of the above is incorrect. ਆਨਸਰ ਵਿਲ ਬੀ D। ਜਦੋਂ ਅਸੀਂ ਗੱਲ ਕਰਦੇ ਹਾਂ ਗਵਰਨਮੈਂਟ ਸਿਕਿਉਰਿਟੀਜ਼ ਦੀ, ਤੇ ਗਵਰਨਮੈਂਟ ਸਿਕਿਉਰਿਟੀਜ਼ ਵਿੱਚ ਜੇ ਅਸੀਂ ਗੱਲ ਕਰੀਏ ਸ਼ਾਰਟ ਟਰਮ, ਮਤਲਬ ਕਿ ਲੈਸ than 1 year, then we call such type of government security as a treasury bill। ਤੇ ਜਿਹੜਾ ਟ੍ਰੈਜਰੀ ਬਿੱਲ ਹੈ ਉਹ ਇਸੇ ਕਰਕੇ ਅਸੀਂ ਕਹਿ ਰਹੇ ਹਾਂ ਸ਼ਾਰਟ ਟਰਮ ਡੈਟ ਇੰਸਟਰੂਮੈਂਟ ਹੈ, ਇਟ ਇਜ਼ ਲੈਸ ਦੈਨ 1 year, ਬਟ ਦ ਪਾਵਰ ਟੂ ਇਸ਼ੂ ਟ੍ਰੈਜਰੀ ਬਿਲਸ ਇਜ਼ ਓਨਲੀ ਵਿਦ ਦੀ ਸੈਂਟਰਲ ਗਵਰਨਮੈਂਟ। ਰਾਜ ਸਰਕਾਰ ਜਿਹੜੀ ਹੈ, ਸੈਂਟਰਲ ਗਵਰਨਮੈਂਟ ਸੌਰੀ ਸਟੇਟ ਗਵਰਨਮੈਂਟ ਜਿਹੜੀ ਹੈ, ਇਟ ਕੈਨ ਨਾਟ ਇਸ਼ੂ ਟ੍ਰੈਜਰੀ ਬਿਲਸ, ਇਟ ਕੈਨ ਓਨਲੀ ਇਸ਼ੂ ਬੌਂਡਸ ਔਰ ਡੇਟਡ ਸਿਕਿਉਰਿਟੀਜ਼। ਸੋ ਤੀਜੀ ਜਿਹੜੀ ਹੈ ਉਹ ਵੀ ਸਹੀ ਹੈ। ਹੁਣ ਦੇਖਦੇ ਹਾਂ ਦੂਜੀ ਸਟੇਟਮੈਂਟ ਜਿਹੜੀ ਇੱਥੇ ਕਹਿੰਦੀ ਟ੍ਰੈਜਰੀ ਬਿਲਸ ਆਰ ਜ਼ੀਰੋ ਕੂਪਨ ਸਿਕਿਉਰਿਟੀਜ਼ ਐਂਡ ਪੇ ਨੋ ਇੰਟਰਸਟ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਸਿੰਪਲੀ ਇੱਥੇ ਇਹ ਹੈ, ਦੇਖੋ ਇਸ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੋ ਇੱਥੇ, ਕਿ ਜਦੋਂ ਅਸੀਂ ਗੱਲ ਕਰ ਰਹੇ ਹਾਂ ਜ਼ੀਰੋ ਕੂਪਨ ਸਿਕਿਉਰਿਟੀ ਦੀ, ਇਹਦਾ ਮਤਲਬ ਹੈ ਕਿ ਜਿਹੜੀ ਗਵਰਨਮੈਂਟ ਸਿਕਿਉਰਿਟੀ ਹੈ ਉਹਦੀ ਫੇਸ ਵੈਲਿਊ ਹੈ 100 ਰੁਪੀਜ਼, ਬਟ ਜਦੋਂ ਗਵਰਨਮੈਂਟ ਇਸ ਸਿਕਿਉਰਿਟੀ ਨੂੰ ਤੁਹਾਨੂੰ ਸੈਲ ਕਰੇਗੀ, ਇਟ ਵਿਲ ਸੈਲ ਯੂ ਐਟ ₹90 ਐਟ ਅ ਡਿਸਕਾਊਂਟਡ ਪ੍ਰਾਈਸ, ਰਾਈਟ? दैट इज 10 रुपए का डिस्काउंटेड प्राइस से ਤੁਹਾਨੂੰ ਸੈਲ ਕੀਤਾ ਗਿਆ ਹੈ, 100 ਰੁਪਏ ਉਹਦੀ ਫੇਸ ਵੈਲਿਊ ਹੈ, ਬਟ ਇਟ ਹੈਜ਼ ਬੀਨ ਸੋਲਡ ਐਟ ₹90। ਬਟ ਜਦੋਂ ਗਵਰਨਮੈਂਟ ਇਹਨੂੰ ਵਾਪਸ ਪਰਚੇਜ਼ ਕਰੇਗੀ, ਜਦੋਂ ਤੁਸੀਂ ਇਹਨੂੰ ਵਾਪਸ ਸਰਕਾਰ ਨੂੰ ਕਰੋਗੇ, ਸਰਕਾਰ ਵਾਪਸ ਪਰਚੇਜ਼ ਕਰੇਗੀ, ਇਟ ਵਿਲ ਪੇ ਯੂ 100 ਰੁਪੀਜ਼। ਸੋ दैट इज व्हाई इट इज ਜ਼ੀਰੋ ਕੂਪਨ ਸਿਕਿਉਰਿਟੀ, ਐਂਡ ਇਹਨੂੰ ਕਹਿ ਦਿੰਦੇ ਆ ਕਿ ਬਈ ਇੰਟਰਸਟ ਕੋਈ ਵੀ ਪੇ ਨਹੀਂ ਕਰਦੀ, ਰਾਈਟ? ਸੋ ਆਲ ਦ ਸਟੇਟਮੈਂਟਸ ਵਰ ਕਰੈਕਟ, right? So that is what we have discussed. Moving to last question for the day, that is
The famous Frontiers report is released by which of the following organizations? Reporters Sans Frontiers, that is RSF, then UNCTAD, United Nations Conference on Trade and Development, या फिर World Trade Organization WTO, या फिर UNEP, United Nations Environment Program। हाँ जी, मार्क करो किहड़ी स्टेटमेंट इत्थे सही होएगी, किहड़ी ऑर्गेनाइजेशन रिलीज करदी है फ्रंटियर्स रिपोर्ट नू, ते इत्थे आंसर होएगा डी, दैट इज यूनाइटेड नेशंस एनवायरनमेंट प्रोग्राम। राइट, सो सिंपल जी गल कि भाई जिहड़ी UNEP दी फ्रंटियर्स रिपोर्ट है, इट कंटिन्यूज टू एडवांस दिस वर्क सिग्नलिंग एनवायरमेंटल इश्यूज एंड सॉल्यूशंस फॉर effectively and timely responses। क्यों environmental issues ने, they also have an effect on the world economy and the domestic or the national economies of the different countries in the world, so that is why it is important। a report ਜਿਹੜੀ recently news ਵਿੱਚ ਵੀ ਸੀ, right? so that is all from my side। ਅੱਜ ਦਾ ਸੈਸ਼ਨ ਇੱਥੇ ਹੀ ਖਤਮ ਕਰਦੇ ਹਾਂ। I hope ਤੁਸੀਂ ਸਿੱਖਿਆ ਹੋਏਗਾ, ਕੁਝ ਨਵਾਂ ਸਿੱਖਿਆ ਹੋਏਗਾ ਇਸ ਸੈਸ਼ਨ ਤੋਂ। ਜੇ ਤੁਸੀਂ ਗੇਨ ਕੀਤਾ ਇਸ ਸੈਸ਼ਨ ਤੋਂ ਤੇ ਪਲੀਜ਼ ਜਾਂਦੇ ਜਾਂਦੇ ਇੱਕ ਵਾਰੀ ਡੂ ਹਿੱਟ ਦੈਟ ਲਾਈਕ ਬਟਨ, ਇਸ ਵੀਡੀਓ ਨੂੰ ਸ਼ੇਅਰ ਕਰੋ, ਹੋਰ ਜ਼ਿਆਦਾ ਸਬਸਕ੍ਰਾਈਬਰਸ ਇਨਕਰੀਜ਼ ਕਰੋ, ਸਾਡੀ ਵੀਡੀਓ ਨੂੰ ਹੋਰ ਅੱਗੇ ਪਹੁੰਚਾਓ ਆਪਣੇ ਦੋਸਤਾਂ ਤੱਕ, ਰਾਈਟ? ਸੋ ਅੱਜ ਦੇ ਲਈ ਇੰਨਾ ਹੀ, ਮਿਲਾਂਗੇ ਅਗਲੇ ਵੀਡੀਓ ਵਿੱਚ। ਜੈ ਹਿੰਦ, ਜੈ ਭਾਰਤ, ਟੇਕ ਕੇਅਰ ਐਂਡ ਬਾਏ ਬਾਏ।